सतनाम श्री वाहेगुरु जी। असंख मूर्ख अंध घोर, असंख चोर हराम खोर। असंख मूर्ख अंध घोर, असंख चोर हराम खोर। असंख अमर कर जाहे जोर, असंख गल वड हत्या कमाए। असंख पापी पाप कर जाए, असंख कूड़ियार कूड़े फिराए। असंख मलेश मल भख खाए, असंख निंदक सिर करे भार। नानक नीच कह विचार, वारिया ना जावा एक बार। जो तुद भावै साई भली कार, तू सदा सलामत निरंकार। जो तुद भावै साई भली कार, तू सदा सलामत निरंकार। असंख मूर्ख अंध घोर। वाहिगुरु जी का खालसा, वाहिगुरु जी की फतेह। परम सन्मानयोग सतगुरु महाराज दी साजी नवाजी होई गुरु खालसा सत संगत जीओ। आप संगतां वडभागी हो जिन्हां नूं सतसंगत करन दा सुभाग गुरु किरपा द्वारा प्राप्त होया है। सतगुरु दी पवित्र बाणी दा ये संदेश है, होए अकतर मिलहो मेरे भाई। दुबदा दूर करहो लिव लाए, हर नामै के हो वो जोड़ी। गुरमुख बैसहो सफा विछाए। साहिब सतगुरु सच्चे पातशाह ने साडे लिए एक आदेश, एक हुक्म बख्शिश कीता है। हर गुरसिख माई भाई नूं जदों भी संगत विच आउणा, गुरमुख बैसो सफा विछाए। इन्हां बचनां ते हमेशा लई पहरा देना है। गुरु महाराज दी हजूरी विच वखरा अस्थान वखरा आसन ला के बहना, ये गुरु दे हुक्म दी उलंघना है। इसे लई हर गुरसिख माई भाई नूं सतगुरु महाराज दे इन्हां बचनां दी पालना करनी चाहिदी है। साहिब सतगुरु सच्चे पातशाह दी अपार मिहर दा सदका आप संगतां साहिब श्री गुरु ग्रंथ साहिब जी दी पावन अमृत रूप बाणी दी लड़ीवार कथा सरवण कर रहे हो। सब तो प्रधान बाणी जपजी साहिब बाणी है। आप संगतां पिछले दिनां तो जपजी साहिब बाणी दी विचार सरवण कर रहे हो। 17 पौड़ियां दी कथा आप संगतां सरवण कर चुके हो। अगे 18वीं पौड़ी दी विचार आरंभ हो रही है। धन गुरु नानक देव महाराज सच्चे पातशाह दे चरनां दे विच गुरसिखां ने बेनती कीती, सच्चे पातशाह अकाल पुरख वाहिगुरु परमेश्वर ने
सारी सृष्टि बनाई है। कीता पसाओ एको को आओ, तिसते होए लख दरियाओ। आप किरपा करके सानू ये दसो, जितनी भी सृष्टि उस अकाल पुरख वाहिगुरु ने बनाई है वो किन्ने प्रकार दी है। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਵਾਬ ਦੇ ਵਿੱਚ ਆਖਿਆ, ਐ ਗੁਰਸਿੱਖੋ, 3 ਪ੍ਰਕਾਰ ਦੀ ਸ੍ਰਿਸ਼ਟੀ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤੀ ਹੈ, ਜਿਨ੍ਹਾਂ ਵਿੱਚ ਉੱਤਮ, ਮੱਧਮ, ਕਨਿਸ਼ਟ 3 ਕਿਸਮ ਦੇ ਜੀਵ ਹਨ। ਉੱਤਮ ਉਹ ਹਨ ਜਿਹੜੇ ਭਲੇ ਕੰਮ ਕਰਦੇ ਹਨ, ਧਰਮ ਦੇ ਕੰਮ ਕਰਦੇ ਹਨ, ਲੋਕ ਭਲਾਈ ਦੇ ਕੰਮ ਕਰਦੇ ਹਨ, ਉਹਨਾਂ ਨੂੰ ਉੱਤਮ ਕਿਹਾ ਹੈ। ਮੱਧਮ ਉਹ ਹਨ ਜਿਹੜੇ ਮੀਡੀਅਮ ਦਰਜੇ ਦੇ ਲੋਕ ਨੇ, ਕਦੇ ਚੰਗਾ ਵੀ ਕਰ ਲਿਆ, ਕਦੇ ਮਾੜਾ ਵੀ ਕਰ ਲਿਆ। ਨਖਿੱਧ ਜਾਂ ਕਨਿਸ਼ਟ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਹਮੇਸ਼ਾ ਲਈ ਮਾੜੇ ਹੀ ਕੰਮ ਕਰਦੇ ਹਨ। ਛੁੱਟ ਭਲਾਈ ਹੋਰ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਉਹ ਨਾ ਕਰਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ 17ਵੀਂ ਪੌੜੀ ਦੇ ਅੰਦਰ ਸਤੋਗੁਣੀ ਸ੍ਰਿਸ਼ਟੀ ਦਾ, ਜਿਸ ਨੂੰ ਉੱਤਮ ਆਖਿਆ ਹੈ, ਉਹਦਾ ਬਹੁਤ ਸੋਹਣਾ ਨਿਰਣਾ ਕੀਤਾ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀ ਤਾਮਸੀ ਸ੍ਰਿਸ਼ਟੀ ਹੈ, ਤਾਮਸੀ ਤੋਂ ਮੁਰਾਦ ਹੈ ਨੀਚ ਕੰਮ ਕਰਨ ਵਾਲੀ, ਮਾੜੇ ਕੰਮ ਕਰਨ ਵਾਲੀ, ਜਿਨ੍ਹਾਂ ਨੂੰ ਕਨਿਸ਼ਟ ਦਾ ਦਰਜਾ ਦਿੱਤਾ ਗਿਆ ਹੈ। ਹੁਣ ਉਹਨਾਂ ਦੀ ਵਿਚਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ 18ਵੀਂ ਪੌੜੀ ਦੇ ਵਿੱਚ ਆਰੰਭ ਕਰਨ ਲੱਗੇ ਹਨ। ਲੋ ਆਪ ਸੰਗਤਾਂ ਬਹੁਤ ਪ੍ਰੇਮ ਤੇ ਇਕਾਗਰਤਾ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਸੰਖ ਮੂਰਖ ਅੰਧ ਘੋਰ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਾਮਸੀ ਸ੍ਰਿਸ਼ਟੀ ਦਾ ਬਹੁਤ ਸੋਹਣਾ ਨਿਰਣਾ ਪੇਸ਼ ਕਰਨ ਲੱਗੇ ਹਨ। ਗੁਰਮੁਖੋ, ਅਸੰਖ ਮੂਰਖ, ਅਸੰਖ ਦਾ ਅਰਥ ਹੈ ਅਣਗਿਣਤ। ਅਣਗਿਣਤ ਪ੍ਰਕਾਰ ਦੇ ਮੂਰਖ ਲੋਕ ਹਨ। ਅੰਧ ਘੋਰ ਜਿਹੜੇ ਭਿਆਨਕ ਹਨੇਰੇ ਦੇ ਵਿੱਚ ਹੀ ਪਏ ਰਹਿੰਦੇ ਨੇ। ਬੇਅੰਤ ਐਸੇ ਨਾਸਮਝ ਲੋਕ ਹਨ, ਮੂਰਖ ਲੋਕ ਹਨ, ਜਿਨ੍ਹਾਂ ਨੂੰ ਬੇਵਕੂਫ ਵੀ ਆਖਿਆ ਜਾਂਦਾ ਹੈ। ਉਹਨਾਂ ਦੀ ਗਿਣਤੀ ਵੀ ਕੋਈ ਨਹੀਂ ਕਰ ਸਕਦਾ। ਹਾਂ, ਕੁਝ ਐਸੇ ਵੀ ਮੂਰਖ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਗੱਲ ਸਮਝਾਈਏ ਤੇ ਸਮਝ ਲੈਂਦੇ ਹਨ। ਕੁਝ ਐਸੇ ਵੀ ਮੂਰਖ ਹੁੰਦੇ ਨੇ ਜੇ ਉਹਨਾਂ ਨੂੰ ਗੱਲ ਸਮਝਾਈਏ ਤੇ ਸਮਝਣ ਦੀ ਥਾਂ ਤੇ ਹਠ ਕਰਦੇ ਹਨ ਕਿ ਅਸੀਂ ਠੀਕ ਹਾਂ। ਤੀਸਰੇ ਉਹ ਮੂਰਖ ਹੁੰਦੇ ਨੇ ਅਸੰਖ ਮੂਰਖ ਅੰਧ ਘੋਰ। ਜੇ ਉਹਨਾਂ ਨੂੰ ਚੰਗੀ ਗੱਲ ਸਮਝਾਈ ਜਾਵੇ ਸਗੋਂ ਉਲਟਾ ਲੜਾਈ ਝਗੜਾ ਵੀ ਕਰਦੇ ਨੇ। ਉਹਨਾਂ ਨੂੰ ਅੰਧ ਘੋਰ ਮੂਰਖ ਆਖਿਆ ਜਾਂਦਾ ਹੈ। ਮੂਰਖਾਂ ਦੀਆਂ ਕਈ ਸ਼੍ਰੇਣੀਆਂ ਸੰਸਾਰ ਦੇ ਵਿੱਚ ਦੱਸੀਆਂ ਜਾਂਦੀਆਂ ਹਨ, ਪਰ ਹਜ਼ੂਰ ਕਹਿੰਦੇ ਅਸੰਖ ਮੂਰਖ ਅੰਧ ਘੋਰ। ਅਣਗਿਣਤ ਹੀ ਐਸੇ ਲੋਕ ਨੇ ਜਿਹੜੇ ਮੂਰਖ ਨੇ, ਬੇਸਮਝ ਨੇ, ਅੰਧ ਘੋਰ ਤੇ ਕੁੱਪ ਅਗਿਆਨਤਾ ਦੇ ਹਨੇਰੇ ਵਿੱਚ ਹੀ ਪਏ ਰਹਿੰਦੇ ਨੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਲਿਖਿਆ ਹੈ, ਇੱਕ ਨਾ ਬੁੱਧ ਨਾ ਸਿੱਧ ਨਾ ਅਕਲ ਸਰ, ਅੱਖਰ ਕਾ ਪਿਓ ਨਾ ਲਹੰਤ,
ਨਾਨਕ ਤੇ ਨਰ ਅਸਲ ਖਰ, ਜੇ ਬੈਨ ਗੁਣ ਗਰਭ ਕਰੰਤ। ਇਹੋ ਜਿਹੇ ਵੀ ਲੋਕ ਨੇ ਜਿਨ੍ਹਾਂ ਨੂੰ ਅੱਖਰਾਂ ਦੀ ਸਮਝ ਵੀ ਨਹੀਂ ਹੈ, ਕੋਈ ਸੰਗੀਤ ਦੀ ਸਮਝ ਵੀ ਨਹੀਂ ਹੈ, ਕੋਈ ਵੇਦ ਗਿਆਨ ਦੀ ਵੀ ਸੋਝੀ ਨਹੀਂ ਹੈ। ਐਸੇ ਲੋਕਾਂ ਨੂੰ ਮੂਰਖ ਅੰਧ ਘੋਰ ਦਾ ਦਰਜਾ ਸਤਿਗੁਰੂ ਨੇ ਦਿੱਤਾ ਹੈ। ਕੁਝ ਐਸੇ ਵੀ ਲੋਕ ਨੇ ਜਿਹੜੇ ਰੱਬ ਨੂੰ ਨਹੀਂ ਮੰਨਦੇ, ਕੁਝ ਐਸੇ ਵੀ ਮੂਰਖ ਨੇ ਜਿਹੜੇ ਰੱਬ ਦੀ ਕੁਦਰਤ ਨੂੰ ਵੀ ਮੰਨਣ ਤੋਂ ਇਨਕਾਰੀ ਨੇ। ਐਸੇ ਲੋਕਾਂ ਦੇ ਨਾਲ ਵੀ ਵਾਹ ਸਤਿਗੁਰੂ ਦਾ ਪੈਂਦਾ ਰਿਹਾ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਐਸੇ ਦੇਸ਼ ਵਿੱਚ ਗਏ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਮੁਨਾਫਕ ਦੇਸ਼ ਲਿਖਿਆ ਹੋਇਆ ਮਿਲਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਸ ਦੇਸ਼ ਵਿੱਚ ਗਏ, ਪਿੰਡੋਂ ਬਾਹਰ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਹੀ ਡੇਰਾ ਲਾਇਆ ਹੈ। ਇੱਕ ਬਿਰਛ ਦੇ ਹੇਠਾਂ ਸਤਿਗੁਰੂ ਬੈਠੇ ਹਨ। ਔੜ ਲੱਗੀ ਹੋਈ ਹੈ, ਮੀਂਹ ਪੈ ਨਹੀਂ ਰਿਹਾ। ਉਸ ਖੇਤ ਦਾ ਮਾਲਕ ਜ਼ਿਮੀਂਦਾਰ ਆਪਣੇ ਖੇਤ ਵਿੱਚ ਗੇੜਾ ਮਾਰਨ ਵਾਸਤੇ ਆਇਆ ਹੈ। ਬੰਦਾ ਭਲਾ ਲੋਕ ਸੀ। ਜਦੋਂ ਉਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ, ਉਹਦੇ ਮਨ ਦੇ ਵਿੱਚ ਖਿਆਲ ਆਇਆ, ਇਹ ਕੋਈ ਮਹਾਂਪੁਰਖ ਨੇ, ਪਰਮੇਸ਼ਰ ਦੇ ਪਿਆਰੇ ਹਨ, ਚਲੋ ਇਹਨਾਂ ਦੇ ਦਰਸ਼ਨ ਹੀ ਕਰ ਲਈਏ, ਕੋਈ ਬਚਨ ਬਲਾਸ ਹੀ ਸੁਣ ਲਈਏ, ਇਹਦੇ ਨਾਲ ਵੀ ਕੁਝ ਨਾ ਕੁਝ ਭਲਾ ਹੋ ਸਕਦਾ ਹੈ। ਇਹ ਜ਼ਿਮੀਂਦਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਇਆ ਹੈ। ਇਹਦੇ ਚਿਹਰੇ ਨੂੰ ਵੇਖ ਕੇ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ? ਤਾਂ ਉਸ ਜ਼ਿਮੀਂਦਾਰ ਨੇ ਆਖਿਆ, ਸੱਚੇ ਪਾਤਸ਼ਾਹ, ਅੱਗੇ ਮੀਂਹ ਪੈ ਜਾਂਦਾ ਸੀ, ਐਤਕੀ ਬੜੀ ਔੜ ਲੱਗੀ ਹੋਈ ਹੈ, ਮੀਂਹ ਦਾ ਨਾਮੋ ਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ, ਸਾਡੀ ਫਸਲਵਾੜੀ ਵੀ ਲੇਟ ਹੋ ਰਹੀ ਹੈ, ਕਿਉਂਕਿ ਮੀਂਹ ਦੀ ਫਸਲਵਾੜੀ ਵਾਸਤੇ ਬਹੁਤ ਲੋੜ ਹੁੰਦੀ ਹੈ। ਪਹਿਲੇ ਤੇ ਸਾਰੀ ਹੀ ਖੇਤੀ ਮੀਂਹ ਦੇ ਸਿਰ ਤੇ ਹੀ ਹੋਇਆ ਕਰਦੀ ਸੀ, ਉਸ ਤੋਂ ਬਾਅਦ ਹੁਣ ਤੇ ਕੁਝ ਲੋਕਾਂ ਨੇ ਆਪਣੇ ਇੰਤਜ਼ਾਮ ਕਰ ਲਏ, ਖੂਹ ਲਾ ਲਏ, ਟਿਊਬਵੈੱਲ ਲਾ ਲਏ, ਮੋਟਰਾਂ ਇੰਜਨ ਲਾ ਲਏ, ਪਰ ਹਾਲੇ ਵੀ ਮੀਂਹ ਦੀ ਤਾਂ ਲੋੜ ਉਸੇ ਤਰ੍ਹਾਂ ਹੀ ਹੈ। ਇਸ ਜ਼ਿਮੀਂਦਾਰ ਨੇ ਆਖਿਆ, ਸੱਚੇ ਪਾਤਸ਼ਾਹ, ਮੀਂਹ ਨਹੀਂ ਪੈ ਰਿਹਾ, ਹੁਣ ਤੇ ਰੋਜ਼ੀ ਰੋਟੀ ਦਾ ਵੀ ਫਿਕਰ ਬਣ ਗਿਆ ਹੈ, ਪਤਾ ਨਹੀਂ ਕੋਈ ਸਾਨੂੰ ਅੱਗੇ ਲਈ ਖਾਣ ਲਈ ਕੁਛ ਮਿਲੇ ਜਾਂ ਨਾ ਮਿਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਗੱਲ ਸੁਣ ਕੇ ਕਹਿਣ ਲੱਗੇ, ਭਲਿਆ ਲੋਕਾ, ਜੇ ਤੁਹਾਨੂੰ ਮੀਂਹ ਦੀ ਲੋੜ ਹੈ, ਕਿਸੇ ਵੀ ਵਸਤੂ ਦੀ ਲੋੜ ਹੈ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਜਦੋਂ ਸਤਿਗੁਰੂ ਮਹਾਰਾਜ ਨੇ ਇਹ ਗੱਲ ਆਖੀ ਤਾਂ ਅੱਗੋਂ ਇਹ ਆਦਮੀ ਬਹੁਤ ਹੈਰਾਨ ਹੋ ਕੇ ਪੁੱਛਣ ਲੱਗਿਆ, ਉਹ ਕਿਹੜਾ ਹੈ ਅਕਾਲ ਪੁਰਖ? ਉਹ ਕਿੱਥੇ ਰਹਿੰਦਾ ਹੈ? ਅਸਾਂ ਤੇ ਉਹਦੇ ਬਾਰੇ ਕਦੇ ਕੋਈ ਸੁਣਿਆ ਹੀ ਨਹੀਂ। ਜੇ ਉਹ ਮੀਂਹ ਪਵਾ ਸਕਦਾ ਹੈ, ਸਾਨੂੰ ਦੱਸੋ, ਅਸੀਂ ਉਹਦੇ ਪਾਸ ਜਾ ਕੇ ਮੈਨਾਂ ਤਰਲਾ ਕਰ ਲੈਨੇ ਹਾਂ, ਸਾਨੂੰ ਤੇ ਮੀਂਹ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਭਾਈ, ਉਹ ਇਸ ਤਰ੍ਹਾਂ ਨਹੀਂ ਲੱਭਿਆ ਜਾ ਸਕਦਾ। ਫਿਰ ਇਹ ਕਹਿਣ ਲੱਗਾ, ਮਹਾਰਾਜ, ਸਾਨੂੰ ਇਹ ਦੱਸੋ, ਮੈਨੂੰ ਉਸ ਬਾਰੇ ਕਿਵੇਂ ਪਤਾ ਲੱਗੇ, ਕਿਉਂਕਿ ਸਾਨੂੰ ਤਾਂ ਮੀਂਹ ਦੀ ਲੋੜ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਕੁਦਰਤ ਦੁਆਰਾ ਹੀ ਕਾਦਰ ਦਾ ਪਤਾ ਲੱਗਦਾ। ਇਹ ਕਹਿਣ ਲੱਗਾ, ਅੱਗੇ ਤੇ ਤੁਸੀਂ ਕਰਤਾਰ ਦੀ ਗੱਲ ਕੀਤੀ ਸੀ ਤੇ ਹੁਣ ਤੁਸੀਂ ਕੁਦਰਤ ਦੀ ਗੱਲ ਕਰਦੇ ਹੋ,
ਪਰ ਮੈਨੂੰ ਤੇ ਕੁਦਰਤ ਬਾਰੇ ਵੀ ਕੁਝ ਨਹੀਂ ਪਤਾ। ਕੁਦਰਤ ਕਿਸ ਨੂੰ ਆਖਦੇ ਨੇ, ਕਾਦਰ ਕੌਣ ਹੈ, ਅਸਾਂ ਤੇ ਕਦੇ ਇਹਦੇ ਬਾਰੇ ਸੁਣਿਆ ਤੱਕ ਨਹੀਂ। ਅਸੰਖ ਮੂਰਖ ਅੰਧਕੋਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅੱਛਾ ਤੁਹਾਨੂੰ ਨਾ ਕਾਦਰ ਬਾਰੇ ਪਤਾ ਹੈ, ਨਾ ਉਸਦੀ ਕੁਦਰਤ ਬਾਰੇ ਪਤਾ ਹੈ। ਅੱਛਾ, ਜੇ ਤੂੰ ਉਸ ਕਰਤਾਰ ਦੀ ਕੁਦਰਤ ਨੂੰ ਵੇਖਣਾ ਚਾਹੁੰਦਾ ਫਿਰ ਸਾਡਾ ਬਚਨ ਮੰਨ। ਕਹਿੰਦਾ ਮਹਾਰਾਜ ਦੱਸੋ। ਸਤਿਗੁਰੂ ਕਹਿਣ ਲੱਗੇ, ਆ ਤੇਰਾ ਖੇਤ ਹੈ? ਹਾਂ ਮਹਾਰਾਜ ਮੇਰਾ ਖੇਤ ਹੈ। ਸਤਿਗੁਰੂ ਕਹਿਣ ਲੱਗੇ, ਮੀਂਹ ਪਿਆ ਚਾਹੇ ਨਹੀਂ ਪਿਆ, ਇਹ ਤੇ ਰੱਬ ਦੀ ਮਰਜ਼ੀ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਤੂੰ ਸਾਡਾ ਬਚਨ ਮੰਨ। ਤੂੰ ਕਣਕ ਦਾ ਬੀਜ ਲੈ ਕੇ ਆ, ਹਲ ਵਾਹ ਤੇ ਕਣਕ ਬੀਜ ਦੇ। ਇਹ ਗੱਲ ਸੁਣ ਕੇ ਜ਼ਿਮੀਂਦਾਰ ਬਹੁਤ ਹੈਰਾਨ ਹੋਇਆ। ਕਹਿਣ ਲੱਗਾ, ਹੁਣ ਸੁੱਕੇ ਖੇਤ ਵਿੱਚ ਮੈਂ ਕਿਵੇਂ ਹਲ ਵਾਵਾਂ, ਕਿਵੇਂ ਇਹਦੇ ਵਿੱਚ ਕਣਕ ਦਾ ਬੀਜ ਬੀਜਾਂ। ਸਤਿਗੁਰੂ ਕਹਿਣ ਲੱਗੇ, ਤੂੰ ਸਾਡੇ ਬਚਨ ਮੰਨ, ਕਰਤਾਰ ਭਲੀ ਕਰੂਗਾ। ਚਲੋ ਇਹਦਾ ਮਨ ਕੁਛ ਸਤਿਗੁਰੂ ਤੇ ਧਿਜਿਆ। ਕਹਿਣ ਲੱਗਾ, ਚਲੋ ਠੀਕ ਹੈ, ਮੈਂ ਤੁਹਾਡੀ ਗੱਲ ਮੰਨ ਕੇ ਵੇਖ ਲੈਣਾ। ਜਦੋਂ ਇਹ ਵਾਪਸ ਮੁੜ ਕੇ ਘਰ ਗਿਆ, ਲੋਕ ਸੱਥਾਂ ਵਿੱਚ ਬੈਠੇ ਮੀਂਹ ਦੀਆਂ ਗੱਲਾਂ ਕਰ ਰਹੇ ਸਨ। ਇਸ ਨੇ ਹਲ ਜੋੜਿਆ, ਕਣਕ ਦਾ ਬੀਜ ਲਿਆ। ਜਦੋਂ ਆਪਣੇ ਘਰੋਂ ਤੁਰਿਆ, ਲੋਕ ਸਾਰੇ ਕਹਿਣ ਲੱਗੇ, ਬਈ ਕਿੱਧਰ ਨੂੰ ਜਾ ਰਹੇ ਹੈ? ਕਹਿੰਦਾ ਮੈਂ ਕਣਕ ਬੀਜਣ ਜਾ ਰਿਹਾ ਹਾਂ। ਲੋਕ ਹੈਰਾਨ ਹੋ ਕੇ ਕਹਿਣ ਲੱਗੋ, ਮੀਂਹ ਤਾਂ ਪਿਆ ਨਹੀਂ, ਤੂੰ ਤੇ ਅਮੂਲ ਵੀ ਆਪਣਾ ਗਵਾ ਲੈਣਾ। ਉਹ ਕਹਿਣ ਲੱਗਾ, ਨਹੀਂ, ਇੱਕ ਮਹਾਂਪੁਰਖ ਆਏ ਹੋਏ ਨੇ, ਉਹਨਾਂ ਨੇ ਬਚਨ ਕੀਤਾ ਹੈ, ਇਸ ਲਈ ਮੈਂ ਉਹਨਾਂ ਦਾ ਬਚਨ ਮੰਨ ਕੇ ਸਾਰਾ ਕੁਝ ਕਰ ਰਿਹਾ ਹਾਂ। ਉਹ ਕਹਿੰਦੇ, ਉਹ ਕਿਹੜਾ ਮਹਾਂਪੁਰਖ ਹੈ, ਵੇਖ ਲਵਾਂਗੇ। ਇੰਨੀ ਗੱਲ ਕਹਿ ਕੇ ਚੱਲ ਉਹ ਤਾਂ ਚੁੱਪ ਕਰ ਗਏ। ਤੇ ਉਹ ਜ਼ਿਮੀਂਦਾਰ ਗੁਰੂ ਮਹਾਰਾਜ ਦੇ ਬਚਨਾਂ ਤੇ ਭਰੋਸਾ ਰੱਖ ਕੇ ਸਤਿਗੁਰੂ ਦੇ ਪਾਸ ਚਲਿਆ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ, ਕਹਿੰਦੇ ਉਸ ਕਰਤਾਰ ਦਾ ਨਾਮ ਲੈ ਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਕਣਕ ਬੀਜਦੇ। ਚਲੋ ਇਸ ਨੇ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕੀਤਾ, ਹਲ ਵਾਇਆ, ਕਣਕ ਬੀਜ ਦਿੱਤੀ। ਤੇ ਹੁਣ ਇਹ ਕਣਕ ਬੀਜ ਕੇ ਸਤਿਗੁਰੂ ਮਹਾਰਾਜ ਦੇ ਆ ਕੇ ਕੋਲ ਬੈਠਾ। ਕਹਿਣ ਲੱਗਾ, ਸੱਚੇ ਪਾਤਸ਼ਾਹ ਕਿਧਰੇ ਐਸਾ ਨਾ ਹੋਵੇ ਮੈਂ ਗਰੀਬ ਮਾਰਿਆ ਜਾਵਾਂ, ਕਿਉਂਕਿ ਮੇਰੇ ਕੋਲੇ ਖਾਣ ਵਾਸਤੇ ਵੀ ਕਣਕ ਥੋੜ੍ਹੀ ਹੈ, ਔਰ ਉਹਦੇ ਵਿੱਚੋਂ ਹੀ ਮੈਂ ਇਹ ਬੀਜ ਲੈ ਕੇ ਬੀਜ ਦਿੱਤਾ ਹੈ। ਇਸ ਲਈ ਹੁਣ ਮਹਾਰਾਜ ਤੁਸੀਂ ਕਿਰਪਾ ਦ੍ਰਿਸ਼ਟੀ ਰੱਖਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫਿਕਰ ਨਾ ਕਰ, ਕਰਤਾਰ ਭਲੀ ਕਰੇਗਾ। ਇੰਨਾ ਕਹਿ ਕੇ ਉਸ ਨੂੰ ਵਾਪਸ ਮੋੜ ਦਿੱਤਾ। ਜਦੋਂ ਸ਼ਾਮ ਨੂੰ ਘਰ ਆਇਆ, ਲੋਕ ਸਾਰੇ ਇਸ ਨੂੰ ਮਖੌਲ ਕਰਨ, ਕਹਿਣ ਐਵੇਂ ਤੂੰ ਸਾਧਾਂ ਮਗਰ ਲੱਗ ਗਿਆ, ਕਦੇ ਸੁੱਕੇ ਖੇਤ ਵਿੱਚ ਵੀ ਕੋਈ ਫਸਲ ਹਰੀ ਹੋਈ ਹੈ, ਕਦੇ ਕੋਈ ਬੀਜ ਹਰਾ ਹੋਇਆ ਹੈ, ਤੂੰ ਤੇ ਆਪਣਾ ਮੂਲ ਵੀ ਗਵਾ ਲਏਗਾ। ਅੱਛਾ ਚੱਲ ਹੁਣ ਤੈਨੂੰ ਕੀ ਆਖੀਏ। ਔਰ ਇੰਨੀ ਗੱਲ ਹੋਣ ਤੋਂ ਬਾਅਦ ਉਹਨੂੰ ਸਾਰੀ ਰਾਤ ਵਿਚਾਰੀ ਨੂੰ ਚੈਨ ਨਾ ਆਈ। ਪਰ ਸਤਿਗੁਰੂ ਮਹਾਰਾਜ ਦੀ ਲਗਨ ਇੱਕ ਖਿੱਚ ਉਹਦੇ ਮਨ ਦੇ ਵਿੱਚ ਪੈਦਾ ਹੋ ਗਈ। ਕਹਿਣ ਲੱਗਾ, ਚਲੋ ਸਵੇਰੇ ਉੱਠ ਕੇ ਜਾਵਾਂਗੇ, ਨਾਲੇ ਤੇ ਸਤਿਗੁਰੂ ਦੇ ਦਰਸ਼ਨ ਕਰਾਂਗੇ ਤੇ ਨਾਲੇ ਖੇਤ ਦਾ ਸਾਰਾ ਸਮਾਚਾਰ ਲੈ ਆਵਾਂਗੇ। ਜਦੋਂ ਦੂਸਰੇ ਦਿਨ ਸੁਬਾਹ ਉੱਠ ਕੇ ਆਪਣੇ ਖੇਤ ਵੱਲ ਗਿਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਮਿਹਰ ਹੋਈ, ਉਸ ਦਾ ਖੇਤ ਹਰਾ ਭਰਾ ਦੂਰੋਂ ਦਿਖਾਈ ਦੇਣ ਲੱਗਿਆ। ਬੜਾ ਹੈਰਾਨ ਹੋਇਆ, ਬੜਾ ਖੁਸ਼ ਹੋਇਆ, ਔਰ ਉਹ ਖੁਸ਼ੀ ਇਹਦੇ ਪਾਸੋਂ ਸੰਭਾਲੀ ਨਾ ਜਾਵੇ। ਸਤਿਗੁਰੂ ਦੇ ਕੋਲ ਆਇਆ, ਸਤਿਗੁਰੂ ਦਾ ਧੰਨਵਾਦ ਕੀਤਾ, ਸੱਚੇ ਪਾਤਸ਼ਾਹ ਤੁਸੀਂ ਤੇ ਕਮਾਲ ਕਰ ਦਿੱਤੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੈ। ਇਹੀ ਗੱਲ ਇਸ ਨੇ ਪਿੰਡ ਵਿੱਚ ਜਾ ਕੇ ਸਾਰੇ ਦੱਸੀ। ਜਿਹੜੇ ਲੋਕ ਇਸ ਨੂੰ ਮਖੌਲ ਕਰਦੇ ਸਨ ਉਹ ਸਾਰੇ ਹੈਰਾਨ ਹੋਏ।
ਕਹਿੰਦੇ ਇਹ ਕਦੀ ਹੋ ਨਹੀਂ ਸਕਦਾ, ਮੀਂਹ ਤੋਂ ਬਿਨਾਂ, ਪਾਣੀ ਤੋਂ ਬਿਨਾਂ ਕੋਈ ਬੀਜ ਹਰਾ ਹੋ ਜਾਵੇ। ਉਹ ਕਹਿਣ ਲੱਗਾ ਤੁਸੀਂ ਜਾ ਕੇ ਵੇਖ ਸਕਦੇ ਹੋ। ਸਾਰੇ ਪਿੰਡ ਦੇ ਲੋਕ ਇਕੱਠੇ ਹੋ ਕੇ ਉਹਦਾ ਖੇਤ ਵੇਖਣ ਵਾਸਤੇ ਆ ਗਏ। ਜਦੋਂ ਉਹਨਾਂ ਆ ਕੇ ਖੇਤ ਵੇਖਿਆ ਤੇ ਖੇਤ ਐਨ ਹਰਾ ਭਰਾ ਖਲੋਤਾ ਸੀ। ਸਾਰੇ ਲੋਕ ਹੈਰਾਨ ਹੋਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ। ਕਹਿਣ ਲੱਗੇ ਸੱਚੇ ਪਾਤਸ਼ਾਹ, ਤੁਸੀਂ ਇਹਦਾ ਤੇ ਖੇਤ ਹਰਾ ਭਰਾ ਕਰ ਦਿੱਤਾ ਹੈ, ਸਾਡੇ ਤੇ ਵੀ ਮਿਹਰ ਕਰੋ, ਸਾਡੇ ਤੇ ਵੀ ਰਹਿਮਤ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਵੀ ਉਸ ਕਰਤਾਰ ਦਾ ਨਾਮ ਲਵੋ, ਤੁਸੀਂ ਵੀ ਵਾਹਿਗੁਰੂ ਦਾ ਨਾਮ ਜਪੋ, ਤੁਹਾਡੇ ਤੇ ਵੀ ਉਹ ਮਿਹਰ ਕਰੇਗਾ। ਕਹਿਣ ਲੱਗੇ ਸੱਚੇ ਪਾਤਸ਼ਾਹ ਫਿਰ ਕਿਰਪਾ ਕਰੋ, ਸਾਨੂੰ ਹੁਣ ਮੀਂਹ ਦੀ ਲੋੜ ਹੈ। ਸਤਿਗੁਰੂ ਕਹਿਣ ਲੱਗੇ ਤੁਸੀਂ ਉਸ ਕਰਤਾਰ ਨੂੰ ਚੇਤੇ ਕਰੋ। ਇੱਕ ਉਹਨਾਂ ਵਿੱਚੋਂ ਕਹਿਣ ਲੱਗਾ ਮਹਾਰਾਜ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਇਹ ਸੁੱਕੇ ਖੇਤ ਵਿੱਚ ਬੀਜ ਬੀਜਿਆ ਕਿਵੇਂ ਹਰਾ ਭਰਾ ਹੋ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਇਹ ਉਸ ਅਕਾਲ ਪੁਰਖ ਦੀ ਕਿਰਪਾ ਹੈ। ਕਹਿੰਦੇ ਉਹ ਅਕਾਲ ਪੁਰਖ ਕੌਣ ਹੈ, ਕਿੱਥੇ ਹੈ? ਕਿਉਂਕਿ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਸਨ। ਸਤਿਗੁਰੂ ਕਹਿਣ ਲੱਗੇ ਉਹ ਤਾਂ ਹਰ ਥਾਂ ਵਿਆਪਕ ਹੈ। ਇਹ ਹੈਰਾਨ ਹੋ ਕੇ ਕਹਿਣ ਲੱਗੇ ਸਾਨੂੰ ਤੇ ਉਸ ਦੇ ਬਾਰੇ ਕੁਝ ਵੀ ਪਤਾ ਨਹੀਂ, ਨਾ ਹੀ ਕਿਸੇ ਨੇ ਦੱਸਿਆ, ਨਾ ਹੀ ਅਸੀਂ ਕਦੇ ਕਿਸੇ ਪਾਸੋਂ ਕੁਝ ਸੁਣਿਆ, ਤੇ ਆਪ ਕਿਰਪਾ ਕਰੋ ਸਾਨੂੰ ਉਹਦੇ ਬਾਰੇ ਕੋਈ ਦੱਸੋ। ਸਤਿਗੁਰੂ ਕਹਿਣ ਲੱਗੇ ਬਲਿਹਾਰੀ ਕੁਦਰਤ ਵਸਿਆ, ਉਹ ਕੁਦਰਤ ਵਿੱਚ ਵਸ ਰਿਹਾ ਹੈ। ਕਹਿੰਦੇ ਮਹਾਰਾਜ ਕੁਦਰਤ ਕੀ ਹੁੰਦੀ ਹੈ? ਸਤਿਗੁਰੂ ਕਹਿਣ ਲੱਗੇ ਕੁਦਰਤ ਦਾ ਨਜ਼ਾਰਾ ਵੇਖਣਾ ਚਾਹੁੰਦੇ ਹੋ? ਕਹਿੰਦੇ ਹਾਂ ਮਹਾਰਾਜ। ਸਤਿਗੁਰੂ ਨੇ ਜਿਹੜੀ ਉਹ ਕਣਕ ਬੀਜੀ ਹਰੀ ਹੋਈ ਖੜੀ ਸੀ, ਕਹਿਣ ਲੱਗੇ ਕੁਛ ਬੂਟੇ ਉਹਦੇ ਪੱਟੋ। ਉਹ ਜਾ ਕੇ ਕਿਸੇ ਜ਼ਿਮੀਂਦਾਰ ਨੇ ਨਾਲ ਹੀ ਖੇਤ ਸੀ, ਜਾ ਕੇ ਜਦੋਂ ਕਣਕ ਦੇ ਬੂਟੇ ਪੱਟੇ ਤੇ ਕੀ ਵੇਖਿਆ, ਹੇਠਾਂ ਤੇ ਅੰਗਿਆਰ ਦਗ ਰਹੇ ਸਨ, ਕੋਲੇ ਬਲਦੇ ਦਿਖਾਈ ਦੇ ਰਹੇ ਹਨ, ਉੱਤੇ ਹਰੀ ਭਰੀ ਕਣਕ ਖੜੀ ਹੈ। ਸਾਰੇ ਹੈਰਾਨ ਹੋ ਕੇ ਕਹਿਣ ਲੱਗੇ ਮਹਾਰਾਜ ਇਹ ਕੀ ਕੌਤਕ ਹੈ? ਸਤਿਗੁਰੂ ਕਹਿੰਦੇ ਪਰਮੇਸ਼ਰ ਦੀ ਕੁਦਰਤ ਹੈ। ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ। ਜਿੰਨੀ ਬਨਸਪਤੀ ਸਾਰੀ ਵਿੱਚ ਹੀ ਅੱਗ ਹੈ। ਇਸ ਲਈ ਇਹ ਜਿਹੜੀ ਗੋਪਤ ਅੱਗ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ, ਔਰ ਉਹ ਫਸਲ ਨੂੰ ਸਾੜ ਨਹੀਂ ਸਕਦੀ। ਇਹੀ ਤੇ ਵਾਹਿਗੁਰੂ ਦੀ ਕੁਦਰਤ ਹੈ। ਸਾਰੇ ਹੈਰਾਨ ਹੋਏ। ਕਹਿਣ ਲੱਗੇ ਸੱਚੇ ਪਾਤਸ਼ਾਹ ਫਿਰ ਦੱਸੋ ਹੁਣ ਮੀਂਹ ਕਿਵੇਂ ਪਵੇ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੁਸੀਂ ਵੀ ਸਾਰੇ ਕਰਤਾਰ ਨੂੰ ਮੰਨੋ, ਅਕਾਲ ਪੁਰਖ ਵਾਹਿਗੁਰੂ ਨੂੰ ਮੰਨੋ। ਕਹਿੰਦੇ ਮਹਾਰਾਜ ਮੰਨਣ ਲਈ ਤਿਆਰ ਹਾਂ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਬਾਲਾ ਜੀ ਨੂੰ ਆਖਿਆ ਕੜਾਹ ਪ੍ਰਸ਼ਾਦੇ ਦੇਗ ਬਣਾਓ। ਉਹਨਾਂ ਨੇ ਦੇਗ ਬਣਾਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਅਰਦਾਸ ਕੀਤੀ। ਜਦੋਂ ਅਰਦਾਸ ਕੀਤੀ ਸੱਚੇ ਪਾਤਸ਼ਾਹ ਇਹਨਾਂ ਲੋਕਾਂ ਨੂੰ ਮੀਂਹ ਦੀ ਲੋੜ ਹੈ, ਕਿਰਪਾ ਕਰੋ ਮੀਂਹ ਵਰਸਾਓ। ਬਸ ਅਰਦਾਸ ਕਰਨ ਦੀ ਦੇਰ ਸੀ, ਉਸੇ ਵੇਲੇ ਬੱਦਲ ਦੀਆਂ ਘਟਾ ਚੜ੍ਹ ਕੇ ਆ ਗਈਆਂ। ਸਾਰੇ ਲੋਕ ਜਿਹੜੇ ਰੱਬ ਨੂੰ ਤੇ ਕੁਦਰਤ ਨੂੰ ਵੀ ਨਹੀਂ ਸੀ ਜਾਣਦੇ ਤੇ ਸਾਰੇ ਪਰਮੇਸ਼ਰ ਦਾ ਨਾਮ ਜਪਣ ਲੱਗ ਪਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੁਝ ਸਮਾਂ ਇੱਥੇ ਠਹਿਰੇ ਔਰ ਇੱਥੋਂ ਦਾ ਇੱਕ ਜੈਨੀ ਸਰੇਵੜਾ ਇਹਨਾਂ ਸਾਰਿਆਂ ਦਾ ਗੁਰੂ ਬਣਿਆ ਹੋਇਆ ਸੀ, ਜਿਹੜਾ ਹਮੇਸ਼ਾ ਲਈ ਨਾਸਤਿਕਤਾਈ ਦਾ ਹੀ ਪ੍ਰਚਾਰ ਕਰਦਾ ਸੀ। ਉਹਨੂੰ ਜਦੋਂ ਪਤਾ ਲੱਗਿਆ ਵੀ ਲੋਕ ਤਾਂ ਸਾਰੇ ਗੁਰੂ ਨਾਨਕ ਸਾਹਿਬ ਦੇ ਸਿੱਖ ਬਣ ਗਏ, ਫਿਰ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਪਹੁੰਚਿਆ ਅਤੇ ਚਰਚਾ ਕਰਨ ਵਾਸਤੇ ਆਇਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਪਰਥਾਏ ਵੀ ਪਵਿੱਤਰ ਬਾਣੀ ਉਚਾਰਨ ਕੀਤੀ। ਜੋ ਕੁਝ ਇਹ ਲੋਕ ਕਰਦੇ ਸਨ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੁਆਰਾ ਇਹਨਾਂ ਨੂੰ ਸਮਝਾਇਆ। ਜੀਆਂ ਮਾਰ ਜੀ ਵਾਲੇ ਸੋਈ ਅਵਰ ਨਾ ਕੋਈ ਰੱਖਿਆ। ਤੁਸੀਂ ਕਹਿੰਦੇ ਅਸੀਂ ਜੀਵਾਂ ਤੇ ਦਇਆ ਕਰਦੇ ਹਾਂ, ਪਰ ਜੀਵਾਂ ਨੂੰ ਮਾਰਨ ਵਾਲਾ ਵੀ ਰੱਖਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੁਸੀਂ ਅੰਨ ਖਾਂਦੇ ਹੋ ਝੂਠਾ ਮੰਗ ਮੰਗ ਖਾਹੀ,
ਝੂਠਾ ਮੰਗ ਮੰਗ ਕੇ ਖਾਂਦੇ ਹੋ, ਇਹ ਤੇ ਗੱਲ ਤੁਹਾਡੀ ਬਹੁਤ ਗਲਤ ਹੈ। ਹਮੇਸ਼ਾ ਲਈ ਪਵਿੱਤਰ ਅੰਨ ਖਾਣਾ, ਭੋਜਨ ਛਕਣਾ ਚੰਗੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਤੁਸੀਂ ਝੂਠਾ ਮੰਗ ਮੰਗ ਕੇ ਖਾਂਦੇ ਹੋ, ਇਸ ਲਈ ਤੁਹਾਡਾ ਧਰਮ, ਤੁਹਾਡੀ ਮਰਜ਼ਾਦਾ ਬਿਲਕੁਲ ਨਾ ਦੁਨੀਆ ਨੂੰ ਪ੍ਰਵਾਨ ਹੋ ਸਕਦੀ, ਨਾ ਪਰਮੇਸ਼ਰ ਦੀ ਦਰਗਾਹ ਵਿੱਚ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਉਪਦੇਸ਼ ਦਿੱਤਾ ਤੇ ਆਖੀਰ ਇਹਨੂੰ ਵੀ ਝੁਕਣਾ ਪਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਲੋਕ ਜਿਹੜੇ ਰੱਬ ਤੋਂ ਵੀ ਮੁਨਕਰ ਸਨ ਤੇ ਕੁਦਰਤ ਨੂੰ ਵੀ ਨਹੀਂ ਸੀ ਜਾਣਦੇ, ਅਸੰਖ ਮੂਰਖ ਅੰਧਕੋਰ, ਬਈ ਉਹਨਾਂ ਨੂੰ ਵੀ ਦੇਖ ਲਓ ਵਾਹਿਗੁਰੂ ਦੇ ਲੜ ਲਾਇਆ ਹੈ, ਉਹਨਾਂ ਨੂੰ ਵੀ ਵਾਹਿਗੁਰੂ ਦੀ ਸੋਝੀ ਪ੍ਰਦਾਨ ਕੀਤੀ, ਉਹ ਵੀ ਵਾਹਿਗੁਰੂ ਦਾ ਨਾਮ ਜਪਣ ਲੱਗ ਪਏ। ਇਸੇ ਲਈ ਤਾਂ ਸਤਿਗੁਰੂ ਕਹਿੰਦੇ ਨੇ ਅਸੰਖ ਮੂਰਖ ਅੰਧਕੋਰ। ਅਣਗਿਣਤ ਇਹੋ ਜਿਹੇ ਲੋਕ ਨੇ ਜਿਹੜੇ ਮੂਰਖ ਨੇ। ਇੱਕ ਵਾਰੀ ਕੋਈ ਸ਼ਾਹੂਕਾਰ ਸੀ, ਉਸਨੇ ਇੱਕ ਬਹੁਤ ਸਿਆਣਾ ਨੌਕਰ ਆਪਣੇ ਕੋਲ ਰੱਖਿਆ ਔਰ ਉਹ ਉਹਨੂੰ ਹਰ ਵੇਲੇ ਚੰਗੀਆਂ ਚੰਗੀਆਂ ਗੱਲਾਂ ਸੁਣਾਇਆ ਕਰਦਾ ਸੀ। ਇੱਕ ਦਿਨ ਸ਼ਾਹੂਕਾਰ ਦੇ ਮਨ ਦੇ ਵਿੱਚ ਪਤਾ ਨਹੀਂ ਇਹ ਖਿਆਲ ਕਿਵੇਂ ਆ ਗਿਆ ਤੇ ਆਪਣੇ ਨੌਕਰ ਨੂੰ ਕਹਿਣ ਲੱਗਾ, ਤੂੰ ਆਏਂ ਕਰ, ਕੋਈ ਮੈਨੂੰ ਮੂਰਖ ਬੰਦਾ ਲੱਭ ਕੇ ਲਿਆ ਕੇ ਦਿਖਾ। ਉਹ ਬੜਾ ਹੈਰਾਨ ਹੋਇਆ, ਕਹਿਣ ਲੱਗਾ ਤੁਸੀਂ ਮੂਰਖ ਤੋਂ ਕੀ ਲੈਣਾ? ਕਹਿੰਦਾ ਨਹੀਂ, ਮੈਨੂੰ ਕੋਈ ਮੂਰਖ ਬੰਦਾ ਚਾਹੀਦਾ। ਤਾਂ ਉਸ ਵੇਲੇ ਉਸ ਨੌਕਰ ਨੇ ਸੋਚਿਆ ਵੀ ਇਹ ਜਿਹੜਾ ਬੰਦਾ ਸਵਾਲ ਕਰਦਾ ਹੈ ਵੀ ਮੈਂ ਮੂਰਖ ਨੂੰ ਦੇਖਣਾ ਚਾਹੁੰਦਾ ਹਾਂ, ਇਹਦਾ ਮਤਲਬ ਇਹ ਆਪ ਹੀ ਮੂਰਖ ਹੈ। ਉਹਨੇ ਸਾਰੇ ਪਿੰਡ ਦਾ ਚੱਕਰ ਲਾਇਆ, ਵਾਪਸ ਮੁੜਿਆ ਅਤੇ ਖਾਲੀ ਹੀ ਵਾਪਸ ਮੁੜ ਆਇਆ। ਉਹ ਸ਼ਾਹੂਕਾਰ ਉਸ ਨੂੰ ਪੁੱਛਣ ਲੱਗਾ, ਭਲਿਆ ਲੋਕਾ, ਜਿਹੜੇ ਕੰਮ ਮੈਂ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਨਹੀਂ ਕੀਤਾ। ਕਹਿੰਦਾ, ਮਹਾਰਾਜ ਮੈਂ ਤੇ ਸਾਰਾ ਪਿੰਡ ਢੂੰਡ ਆਇਆ ਹਾਂ, ਮੈਨੂੰ ਤਾਂ ਕੋਈ ਮੂਰਖ ਬੰਦਾ ਲੱਭਿਆ ਹੀ ਨਹੀਂ। ਉਹ ਕਹਿੰਦਾ, ਮੈਨੂੰ ਤੇ ਮੂਰਖ ਬੰਦਾ ਚਾਹੀਦਾ ਜਿੱਥੋਂ ਮਰਜ਼ੀ ਲਿਆ ਕੇ ਦੇ। ਹੁਣ ਉਹ ਮਾਲਕ ਸੀ, ਉਹ ਨੌਕਰ ਸੀ। ਅਖੀਰ ਉਹ ਹੈ ਬੜਾ ਸਿਆਣਾ ਸੀ। ਉਹ ਕਹਿੰਦਾ, ਮਹਾਰਾਜ ਜਿਹੜੀ ਚੀਜ਼ ਘਰ ਦੇ ਵਿੱਚ ਹੀ ਹੋਵੇ, ਬਾਹਰ ਕਾਹਦੇ ਵਾਸਤੇ ਲੱਭਣ ਜਾਣੀ ਹੈ? ਉਹ ਹੈਰਾਨ ਹੋ ਕੇ ਪੁੱਛਣ ਲੱਗਾ, ਘਰੇ ਕੌਣ ਹੈ ਮੂਰਖ? ਤੇ ਉਹ ਬੜੀ ਟਿਕਾਣੇ ਤੇ ਉਹਨੇ ਗੱਲ ਲਿਆ ਕੇ ਆਖੀ। ਕਹਿੰਦਾ, ਮਹਾਰਾਜ ਵੀ ਜਿਹੜਾ ਮੂਰਖਾਂ ਦੀ ਭਾਲ ਕਰੇ ਉਹ ਮੂਰਖ ਹੀ ਹੁੰਦਾ। ਜਦੋਂ ਇਹ ਗੱਲ ਆਖੀ ਤਾਂ ਉਹ ਸ਼ਾਹੂਕਾਰ ਗੁੱਸੇ ਵਿੱਚ ਆਇਆ, ਕਹਿਣ ਲੱਗਾ, ਤੂੰ ਮੈਨੂੰ ਮੂਰਖ ਕਿਉਂ ਕਿਹਾ? ਤਾਂ ਉਸ ਸਿਆਣੇ ਨੌਕਰ ਨੇ ਉਹਨੂੰ ਸਮਝਾਇਆ, ਕਹਿਣ ਲੱਗਾ, ਵੇਖ ਤੇਰੇ ਕੋਲੇ ਇੰਨੀ ਮਾਇਆ ਵਾਹਿਗੁਰੂ ਪਰਮੇਸ਼ਰ ਨੇ ਦਿੱਤੀ ਹੈ, ਤੂੰ ਕਿਤੇ ਆਸੇ ਪਾਸੇ ਕਿਤੇ ਆਂਢ ਗੁਆਂਢ ਜਾਣਾ ਹੁੰਦਾ ਹੈ, ਉਹਦੇ ਲਈ ਸਾਰੇ ਇੰਤਜ਼ਾਮ ਪਹਿਲਾਂ ਹੀ ਹੋ ਜਾਂਦੇ ਨੇ। ਸਵਾਰੀ ਦਾ ਇੰਤਜ਼ਾਮ, ਖਾਣ ਪੀਣ ਪਹਿਨਣ ਦਾ ਸਾਰਾ ਸਮਾਨ ਪਹਿਲਾਂ ਤਿਆਰ ਹੋ ਜਾਂਦਾ ਹੈ। ਪਰ ਮੈਂ ਇਸ ਗੱਲ ਤੇ ਹੈਰਾਨ ਹਾਂ, ਇੱਥੋਂ 100 ਮੀਲ ਜਾਣਾ ਹੋਵੇ, 200 ਮੀਲ ਜਾਣਾ ਹੋਵੇ, ਉਹਦੇ ਲਈ ਤੂੰ ਸਾਰੇ ਪ੍ਰਬੰਧ ਪਹਿਲਾਂ ਕਰਦਾ। ਤੇ ਹੁਣ ਭਲਿਆ ਲੋਕਾ, ਜਿੱਥੇ ਅੱਗੇ ਪਰਲੋਕ ਦੇ ਵਿੱਚ ਜਾਣਾ ਹੈ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਉੱਥੇ ਲਈ ਵੀ ਕਦੇ ਕੁਛ ਤਿਆਰੀ ਕੀਤੀ ਹੈ? ਤੂੰ ਇੱਥੇ ਸਾਰੇ ਇੰਤਜ਼ਾਮ ਕਰ ਲੈਣਾ ਆਪਣੇ ਸਫ਼ਰ ਦੇ, ਪਰ ਜਿੱਥੇ ਅੱਗੇ ਪਰਲੋਕ ਦੇ ਵਿੱਚ ਜਾਣਾ ਹੈ, ਪਤਾ ਨਹੀਂ ਕਿੰਨੀਆਂ ਕੋਹਾਂ ਦਾ ਪੈਂਡਾ ਤੈਅ ਕਰਨਾ ਪੈਣਾ, ਕਦੇ ਉਸ ਦੇ ਬਾਰੇ ਵੀ ਸੋਚਿਆ? ਉਹਦੀ ਵੀ ਕਦੇ ਤਿਆਰੀ ਕੀਤੀ ਹੈ? ਜਦੋਂ ਸਿਆਣੇ ਨੌਕਰ ਨੇ ਇਹ ਗੱਲ ਆਖੀ ਤੇ ਇਹਨੂੰ ਸਮਝ ਆ ਗਈ। ਕਹਿਣ ਲੱਗਾ, ਅੱਛਾ, ਇਹਨੇ ਗੱਲ ਤੇ ਬੜੀ ਪਤੇ ਦੀ ਕੀਤੀ ਹੈ। ਕਹਿੰਦੇ ਨੇ ਉਸ ਵੇਲੇ ਉਸਨੇ ਕਿਸੇ ਕਵੀ ਦਾ ਲਿਖਿਆ ਇੱਕ ਕਵਿਤ ਵੀ ਇਸ ਨੂੰ ਸੁਣਾਇਆ। ਉਹਦੇ ਵਿੱਚ ਬੜੀ ਉੱਤਮ ਸਿੱਖਿਆ ਦਿੱਤੀ ਗਈ ਹੈ। पूर्व की कमाई पश्चिम में बैठ खाई, आगरे की खेप तैने कभी ना चलाई। पूर्व ਦੀ ਕਮਾਈ ਪਿਛਲੇ ਜਨਮ ਦੀ ਕਮਾਈ ਹੁਣ ਇਸ ਜਨਮ ਦੇ ਵਿੱਚ ਬੈਠ ਕੇ ਅਸੀਂ ਖਾ ਲਈ। ਆ ਜਿਹੜਾ ਕੁਛ ਹੁਣ ਅਸੀਂ ਕਰ ਰਹੇ ਹਾਂ ਨਾ, ਇਹ ਪਿਛਲੇ ਜਨਮਾਂ ਦੀ ਕਮਾਈ ਹੈ।
पूर्व की कमाई पश्चिम में बैठ खाई, आगरे की खेप तैने कभी ना चलाई है। नाले वो शहरां दे देशां दे नाम ते नाले ਉਹਦੇ ਵਿੱਚ ਸਿੱਖਿਆ। ਕਹਿਣ ਲੱਗਾ ਆਗਰੇ की खेप, ਆਗਰੇ ਦਾ ਅਰਥ ਹੈ ਅੱਗੇ ਪਰਲੋਕ ਦੀ ਖੇਪ, ਜਿਹੜੀ ਅੱਗੇ ਤੇਰੇ ਕੰਮ ਆਉਣ ਵਾਲੀ ਚੀਜ਼ ਹੈ ਉਹਦੇ ਬਾਰੇ ਤੂੰ ਕਦੇ ਵੀ ਫਿਕਰ ਨਹੀਂ ਕੀਤਾ। ਤੇ ਅੱਗੇ ਫਿਰ ਦੱਸਦਾ ਹੈ ਦਿੱਲੀ के दलालों ने सौदा ही बिगाड़ देना, ਪਟਿਆਲੇ की लूट में जगाधरी ना पाइए। ਇਹ ਕਵੀ ਲੋਕਾਂ ਦੇ ਆਪਣੇ ਕਟਾਕਸ਼ ਹੁੰਦੇ ਨੇ। ਉਹ ਕਹਿੰਦਾ ਦਿੱਲੀ ਦੇ ਦਲਾਲ ਕਿਹੜੇ ਨੇ? ਆ ਦਿਲ ਦੀ ਦਿੱਲੀ ਦੇ ਦਲਾਲ ਜਿਹੜੇ ਸਾਡੇ ਮਨ ਦੇ ਫੁਰਨੇ ਨੇ, ਵਿਕਾਰ ਨੇ, ਇਹਨਾਂ ਨੇ ਸਾਡਾ ਸੌਦਾ ਹੀ ਖਰਾਬ ਕਰ ਦਿੱਤਾ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਵਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਇਹ ਸਾਡਾ ਸੌਦਾ ਹੀ ਇਹਨਾਂ ਨੇ ਵਿਗਾੜ ਦਿੱਤਾ। दिल्ली के दलालों ने सौदा ही बिगाड़ देना, पटियाले की लूट में जगाधरी ना पाइए। हुण साडा ध्यान अपने पेट वाल है। पटियाले तो मुराद है आ जिहड़ा पेट है, खाओ पीओ मौजां माणो, बस इस पासे साडा ध्यान लग्या होया है। रब दा नां लैण दा साडे कोले समा नहीं ते अपने पेट लई खाण दे लई रात दिन भज्जे फिरदे हां। और वो कवि कहता पटियाले की लूट में जगाधरी ना पाइए। इस पटियाले की लुट विच कमाई जाओ खाई जाओ, ये पटियाले की लुट ही है। जगाधरी ना पाइए, ये जगाधरी का अर्थ है जग का आसरा रूप जो अकाल पुरख है वो नहीं मिल सकता। जिहड़ा अपने ढिड भरन ते ही सारा समा गुजार देवे, सारी जीवन की बाजी नूं हार देवे, उहनूं रब कित्थों मिलदा? उहनूं कदे रब नहीं मिल सकता। फिर अगे उसने लिखिया है नाभे के लोग तो पुकार ही पुकार कहें, सहारण के रास्ते हरिद्वार जाइए। नाभे दे लोग, नाभा शहर का भी नाम है, पर उन्हें नाभे का अर्थ है ना पै जिन्हां नूं किसे दा पै नहीं है, भाव अकाल पुरख जो निरभौ स्वरूप है। जिहड़े उहदे प्यारे महापुरख ने वो ते उच्ची उच्ची बोल के दस रहे ने, सहारण के रास्ते हरिद्वार जाइए। भी सहारनपुर के रास्ते हरिद्वार जाया जाता है। सहारनपुर का सहारण तो मुराद है सहनशीलता के सुभाव नूं धारण करो, मान होंदे होए निमाणा। जे कोई उच्चा नीवा बोल सानू कह भी देवे ते खिमा कर दिओ। ये जिहड़ी सहनशीलता का रस्ता है, इहदे उत्ते चल के ते हरिद्वार जाइए, परमेश्वर की दरगाह विच पहुँच जाइए। क्योंकि सतगुरु ने गरीबी नूं, सहनशीलता नूं बहुत उच्चा दर्जा दिता है। गरीबी गदा हमारी, ते नाल ये भी क्या दरगाह मान निमाणा पावे। दरगाह विच निमाणियां नूं मान मिलदा है। इसलिए सहारण दे सहन शक्ति नूं धारण करो। एवें ना माड़ी जी गल होवे भड़क उठो। साडा सुभाव हुंदा है बस जिवें सुक्के घाह दे उत्ते चंगियाड़ी पै जावे ना, एकदम ही फिर वो भांबड़ निकलदा है। साडी हालत मन दी वो बनी हुई है। पर महापुरखां दा दिल दरिया वर्गा हुंदा है। जदों कोई बलदी अग दी चंगियाड़ी सुक्के घाह ते पै जावे ते उसे वेले भड़क उठदी है, ते जे पानी विच दरियावे डिग पवे उसे वेले ठंडी ठार भी हो जाती। अपने जीवन नूं ऐसा बनाओ, सहारण के रास्ते हरिद्वार जाइए, फिर रब दे घर जा सकते हो। अगे वो लिखदा है संग के संगोटी तो लाहौर ही लाहौर कहें, तज वैरोवाल चित अमृतसर लाइए। एक कवि दे अपने कटाक्ष हुंदे ने, अपने ख्याल हुंदे ने, नाले शहरां दे नाम ते नाल नाल सिक्ख्या भी सानू दित्ती है। संग के संगोटी तो लाहौर ही लाहौर कहें, जिहड़े साडे नाल दे संगोटी दा अर्थ है साडे साथी, साडे मित्र, वो कौन है? इंद्रिये ने। लाहौर ही लाहौर कहें, लाहौर दा अर्थ है लिया होर, यही हमेशा कहते रहते हैं। अखां ने अखीं देखना रजियां बोरंग तमाशे, जुबान रसा कसा नूं हमेशा मंगदी भी होर लिया। ये साडी हालत है। संग के संगोटी तो लाहौर ही लाहौर कहें, तज वैरोवाल चित अमृतसर लाइए। वैरोवाल का भाव है भाई वैर भाव नूं छड्ड के ते अमृत का सरोवर की है? वाहिगुरु परमेश्वर का नाम। ਉਹਦੇ ਵਿੱਚ ਭਾਈ ਆਪਣਾ ਚਿੱਤ ਜੋੜਨਾ ਚਾਹੀਦਾ। ਇਹ ਸਿੱਖਿਆ ਉਹ ਸ਼ਾਹੂਕਾਰ ਨੂੰ ਉਹਦੇ ਨੌਕਰ ਨੇ ਦਿੱਤੀ। ਕਹਿਣ ਲੱਗਾ ਦੇਖ
ਤੂੰ 100-200 ਮੀਲ ਤੇ ਜਾਣਾ ਹੋਵੇ ਉਹਦੇ ਲਈ ਸਾਰਾ ਇੰਤਜ਼ਾਮ ਕਰਦਾ ਹੈ, ਅੱਗੇ ਪ੍ਰਲੋਕ ਦੇ ਪਤਾ ਨਹੀਂ ਕਿੰਨੇ ਲੰਬੇ ਸਫ਼ਰ ਤੇ ਜਾਣਾ ਹੈ, ਉਹਦੇ ਲਈ ਤੂੰ ਕਦੇ ਤਿਆਰੀ ਨਹੀਂ ਕੀਤੀ। ਇਸ ਲਈ ਮੂਰਖ ਤਾਂ ਤੂੰ ਆਪ ਹੀ ਆ, ਤੇ ਹੋਰ ਮੂਰਖਾਂ ਦੀ ਭਾਲ ਕਾਹਦੇ ਵਾਸਤੇ ਕਰਨੀ ਹੈ। ਇਹ ਗੱਲ ਸੁਣ ਕੇ ਉਹਨੂੰ ਸ਼ਰਮ ਵੀ ਆਈ ਤੇ ਨਾਲ ਸਿੱਖਿਆ ਵੀ ਮਿਲੀ।